अज का वचन असीं पढ़ांगे पहला यूहन्ना। कोई एक बाइबल खोल के पढ़ दो, बाकी सारे सुनो। पहला यूहन्ना 4 अध्याय ਉਹਦੀ 4 है। हे बच्चों, ਤੁਸੀਂ ਤਾਂ ਪਰਮੇਸ਼ਰ ਤੋਂ ਹੋ ਅਤੇ ਉਹਨਾਂ ਨੂੰ ਜਿੱਤ ਲਿਆ ਹੈ, ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੋ ਉਸ ਨਾਲ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ। हालेलुया हालेलुया। यूहन्ना संत यूहन्ना कलीसिया में लिख लिया है। देखो कितने प्यार में खत लिखा है। हे बच्चों, संत यूहन्ना दबके नहीं मार रहा जैसा पुलिस वाले लोग दबके मारते ना, हैं? पास्टर इदां दबके नहीं मारते। पास्टर ने कलीसिया नूं अपने संतान के बराबर प्यार करते हैं, क्योंकि बाइबल च लिखा है कि वो कलीसिया जिहड़ी है ये पास्टर दे आत्मिक बेटे बेटियां ने। संत पौलुस जिहड़ा वा कई जगह ते कहंदा है, उन्हें क्या वचन दे द्वारा मैं तुहाडा आत्मिक पिता बनया। इत्थे संत यूहन्ना जिहड़ा है ये किहनूं लिख रहा, अपने बच्चों नूं नहीं लिख रहा कि हे बालको, किहनां लिख रहा, कलीसिया नूं खत लिख रहा है। किस तरह बड़े प्यार नाल खत लिख रहा, हे बालको तुसीं किहदे तो हैं? परमेश्वर तो हैं। तुसीं परमेश्वर दी वल्लों है ते तुसीं उन्हां नूं की कर लिया वा? जित लिया वा। किहनां नूं जित लिया? ਜਿਹੜੇ ਸੰਸਾਰ ਦੇ ਵਿੱਚ ਹੈ। ਸੰਸਾਰ ਦੇ ਵਿੱਚ ਕੌਣ ਹੈਗਾ? ਸ਼ੈਤਾਨ ਤੇ ਸ਼ੈਤਾਨ ਦੀਆਂ ਫੌਜਾਂ। ਇੱਥੇ ਉਹਨਾਂ ਲਿਖਿਆ, ਉਹਨਾਂ ਇੱਕ ਨਹੀਂ ਲਿਖਿਆ, ਇਹ ਨਹੀਂ ਲਿਖਿਆ ਉਹਨੂੰ ਜਿੱਤ ਲਿਆ। ਉਹਨੂੰ ਇਹਦੇ ਫਿਰ ਇਕੱਲਾ ਕੀ ਹੋ ਗਿਆ? ਸ਼ੈਤਾਨ ਹੋ ਗਿਆ। ਉਹਨਾਂ ਨੂੰ ਲਿਖਿਆ, ਉਹਨਾਂ ਦਾ ਮਤਲਬ ਸ਼ੈਤਾਨ ਦੇ ਨਾਲ ਉਹਦੀਆਂ ਫੌਜਾਂ ਵੀ ਹੈਗੀਆਂ ਨੇ। ਸਾਡੀ ਲੜਾਈ ਹਕੂਮਤਾਂ, ਅਖਤਿਆਰਾਂ ਤੇ ਅੰਧਕਾਰ ਦੇ ਮਹਾਰਾਜਾ। ਲਿਖਿਆ ਨਾ, ਦੁਸ਼ਟ ਆਤਮਿਆਂ ਨਾਲ ਹੈ। 4 ਕੈਟੇਗਰੀਆਂ ਉੱਥੇ ਲਿਖੀਆਂ ਸ਼ੈਤਾਨ ਦੀਆਂ, ਜਿਹੜੀਆਂ ਸ਼ੈਤਾਨੀ ਪਾਵਰਾਂ ਨੇ, ਸ਼ੈਤਾਨੀ ਸ਼ਕਤੀਆਂ ਨੇ। ਉੱਥੇ ਲਿਖਿਆ, ਇਬਰਾਨੀਆਂ ਦੇ ਖਾਤੇ 'ਚ ਲਿਖਿਆ ਕਿ ਸਾਡੀ ਲੜਾਈ ਕਿਤੇ ਨਾਲ ਲਹੂ ਤੇ ਮਾਸ ਨਾਲ ਨਹੀਂ, ਸਾਡੀ ਲੜਾਈ ਇਫਸੀਆਂ ਦੇ ਖਾਤੇ 'ਚ ਸਾਡੀ ਲੜਾਈ ਕਿਤੇ ਨਾਲ ਹੈ? ਹਕੂਮਤਾਂ, ਅਖਤਿਆਰਾਂ ਤੇ ਅੰਧਕਾਰ ਦੇ ਮਹਾਰਾਜੇ ਤੇ ਦੁਸ਼ਟ ਆਤਮੇ, ਉਹਨਾਂ ਨਾਲ ਸਾਡੀ ਕੀ ਹੈਗੀ ਹੈ? ਲੜਾਈ ਹੈ ਨਾ। ਇੱਥੇ ਲਿਖਿਆ ਸੰਤ यूहन्ना ਕਹਿ ਰਿਹਾ ਕਿ ਤੁਸੀਂ ਕੀ ਕਰ ਲਿਆ? ਉਹਨਾਂ ਨੂੰ ਜਿੱਤ ਲਿਆ। ਜਿੱਤ ਲਿਆ। ਜਿੱਤਣ ਦਾ ਮਤਲਬ ਕੀ ਹੈਗਾ? ਉਹਨਾਂ ਨੂੰ ਫਤਿਹ ਕਰ ਲਿਆ। ਮਤਲਬ ਕਦੋਂ ਫਤਿਹ ਕੀਤਾ ਸੀਗਾ? ਜਦੋਂ ਤੁਸੀਂ ਬਪਤਿਸਮਾ ਲਿਆ ਸੀ। ਕਿਉਂਕਿ ਬਪਤਿਸਮਾ ਲੈਣ ਤੋਂ ਪਹਿਲੇ ਤੇ ਆਪਾਂ ਸਾਰੇ ਕੀ ਸੀਗੇ? ਸ਼ੈਤਾਨ ਤੇ ਸ਼ੈਤਾਨ ਦੀਆਂ ਸ਼ਕਤੀਆਂ ਦੇ ਗੁਲਾਮ ਸੀ। ਸ਼ੈਤਾਨ ਨੇ ਇੱਕ ਤਰ੍ਹਾਂ ਨਾਲ ਸਾਡੇ ਬੇੜੀਆਂ ਪਾਈਆਂ ਸੀ। ਸ਼ੈਤਾਨ ਜਿਹਨੂੰ ਫੜਦਾ ਉਹਨੂੰ ਜਕੜ ਲੈਂਦਾ, ਠੀਕ ਹੈ। ਇਸ ਕਰਕੇ ਜਿਹੜੇ ਸ਼ੈਤਾਨ ਦੇ ਜਕੜੇ ਲੋਕ ਹੁੰਦੇ ਨੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਭਾਂਤ ਦੀਆਂ ਬਿਮਾਰੀਆਂ ਲੱਗੀਆਂ ਹੁੰਦੀਆਂ ਨੇ, ਠੀਕ ਹੈ। ਸ਼ੈਤਾਨ ਜਿਹੜਾ ਆਪਣੀ ਪਾਵਰ ਨਾਲ ਕੀ ਕਰ ਲੈਂਦਾ ਹੈ? ਜਕੜ ਲੈਂਦਾ ਹੈ ਆਦਮੀ ਨੂੰ, ਆਪਣੇ ਬੰਧਨ 'ਚ ਪਾ ਲੈਂਦਾ ਹੈ, ਉਹਨੂੰ ਆਪਣੇ ਕਲਚ ਦੇ 'ਚ ਲੈ ਲੈਂਦਾ ਹੈ। ਤਾਂ ਬਾਣੀ 'ਚ ਲਿਖਿਆ ਕਿ ਜਦੋਂ ਆਪਾਂ ਬਪਤਿਸਮਾ ਨਹੀਂ ਲਿਆ ਤਾਂ ਅਸੀਂ ਵੀ ਕੀ ਸੀ? ਪਹਿਲਾਂ ਸ਼ੈਤਾਨ ਦੇ ਕਲਚ ਦੇ ਸੀਗੇ। ਉਹਨੇ ਸਾਨੂੰ ਆਪਣੇ ਕਲਚ ਦੇ ਵਿੱਚ ਉਹਨੇ ਬੇੜੀਆਂ ਨਾਲ ਬੰਨ੍ਹ ਕੇ ਰੱਖਿਆ ਸੀ। ਲੇਕਿਨ ਜਦੋਂ ਅਸੀਂ ਪਰਮੇਸ਼ਰ ਦਾ ਵਚਨ ਸੁਣਿਆ, ਪਰਮੇਸ਼ਰ ਦੇ ਵਚਨ ਨੂੰ ਸੁਣ ਕੇ ਸਾਨੂੰ ਸੋਝੀ ਆਈ, ਅਸੀਂ ਪਰਮੇਸ਼ਰ ਨੂੰ ਜਾਣ ਲਿਆ, ਪਹਿਚਾਨ ਲਿਆ, ਬਪਤਿਸਮਾ ਲਿਆ। ਤੇ ਬਪਤਿਸਮਾ ਲੈਣ ਦੇ ਬਾਅਦ ਵੇਲੇ ਕੀ ਹੋਇਆ ਕਿ ਅਸੀਂ ਜਿੱਤ ਗਏ ਤੇ ਸ਼ੈਤਾਨ ਕੀ ਹੋ ਗਿਆ? ਹਾਲੇਲੂਇਆ। ਹਾਲੇਲੂਇਆ। ਪਹਿਲਾ ਦਿਨ ਉਹ ਸੀ ਜਿਸ ਦਿਨ ਤੁਸੀਂ ਬਪਤਿਸਮਾ ਲਿਆ ਸੀ, ਉਸ ਦਿਨ ਤੁਸੀਂ ਸ਼ੈਤਾਨ ਨੂੰ ਕੀ ਕਰ ਦਿੱਤਾ? ਉਹਦੀਆਂ ਸ਼ਕਤੀਆਂ ਨੂੰ ਜਿੱਤ ਲਿਆ, ਉਹਨੂੰ ਹਰਾ ਕੇ ਉੱਤੇ ਫਤਿਹ ਪ੍ਰਾਪਤ ਕਰ ਲਈ। ਉਹਦੇ ਬਾਅਦ ਫਿਰ ਸ਼ੈਤਾਨ ਨਾਲ ਸਾਡੀ ਜੰਗ ਸਟਾਰਟ ਹੋ ਜਾਂਦੀ ਹੈ। ਪਹਿਲਾਂ ਕੋਈ ਜੰਗ ਨਹੀਂ, ਪਹਿਲਾਂ ਤਾਂ ਅਸੀਂ ਉਹਦੇ ਗੁਲਾਮ ਹੈ। ਜਿਹੜਾ ਬੰਦਾ ਗੁਲਾਮ ਹੈ ਉਹ ਮਾਲਕ ਨਾਲ ਆਪਣੇ ਨਾਲ ਜੰਗ ਥੋੜੀ ਕਰ ਸਕਦਾ। ਤਾਂ ਪਹਿਲੇ ਬਪਤਿਸਮਾ ਲੈਣ ਤੋਂ ਪਹਿਲੇ ਅਸੀਂ ਕੀ ਸੀਗੇ? ਸ਼ੈਤਾਨ ਦੇ। ਇਸ ਕਰਕੇ ਅਸੀਂ ਕੀ ਕਰਦੇ ਸੀ? ਬਪਤਿਸਮਾ ਲੈਣ ਤੋਂ ਪਹਿਲੇ ਸ਼ੈਤਾਨੀ ਕੰਮ ਕਰਦੇ ਸੀਗੇ, ਨਸ਼ੇ ਵਿਸ਼ੇ ਕਰਦੇ ਸੀਗੇ। ਹੁਣ ਨਸ਼ੇ ਵਿਸ਼ੇ ਕੌਣ ਲੋਕ ਕਰਦੇ ਆ? ਕੋਈ ਬੰਦਾ ਖੁਸ਼ੀ ਨਾਲ ਨਸ਼ੇ ਵਿਸ਼ੇ ਨਹੀਂ ਕਰਦਾ। ਜਿੰਨੇ ਵੀ ਲੋਕ ਨਸ਼ੇ ਵਿਸ਼ੇ ਕਰਨ ਵਾਲੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਨਸ਼ੇ ਵਿਸ਼ੇ ਕਿਉਂ ਕਰਦੇ ਆ? ਉਹ ਕਹਿਣਗੇ ਜੀ ਆਪਾਂ ਕਰਨਾ ਨਹੀਂ ਚਾਹੁੰਦੇ, ਲੇਕਿਨ ਪਤਾ ਨਹੀਂ ਸਾਡੇ ਕੋਲ ਕੋਈ ਪਾਵਰ ਆਉਂਦੀ ਹੈ, ਸਾਡੇ ਕੋਲ ਇਹ ਕੰਮ ਹੋ ਜਾਂਦਾ। ਜਿੰਨੇ ਲੋਕ ਪਾਪ ਕਰਦੇ ਆ, ਚੋਰੀਆਂ ਕਰਦੇ ਆ, ਡਾਕੇ ਮਾਰਦੇ ਆ, ਉਹਨਾਂ ਨੂੰ ਪੁੱਛੋਗੇ ਉਸ ਦਾ ਸਾਰਾ ਦਾ ਮਨ ਕਿਸੇ ਦਾ ਵੀ ਪਾਪ ਕਰਨ ਨੂੰ ਨਹੀਂ ਕਰਦਾ। ਪਰ ਕਿਹੜੀ ਪਾਵਰ ਹੈ ਜਿਹੜੀ ਪਾਪ ਕਰਵਾਉਂਦੀ ਹੈ? ਉਹ ਹੈ ਸ਼ੈਤਾਨੀ ਪਾਵਰ, ਸ਼ੈਤਾਨ ਦੀ ਪਾਵਰ। ਸ਼ੈਤਾਨ ਕੀ ਕਰਦਾ ਹੈ? ਇੱਕ ਆਦਮੀ ਨੂੰ ਆਪਣਾ ਗੁਲਾਮ ਬਣਾ ਲੈਂਦਾ ਹੈ ਤੇ ਗੁਲਾਮ ਬਣਾ ਕੇ ਉਹਦੇ ਦਿਮਾਗ ਦੇ ਵਿੱਚ ਬੁਰੇ ਬੁਰੇ ਵਿਚਾਰ, ਬੁਰੀਆਂ ਬੁਰੀਆਂ ਭਾਵਨਾ, ਬੁਰੀਆਂ ਬੁਰੀਆਂ ਉਹਦੇ ਮਨ ਦੇ ਵਿੱਚ ਚੀਜ਼ਾਂ ਪਾ ਕੇ ਤੇ ਉਹਦੇ ਕੋਲੋਂ ਕੀ ਕਰਦਾ? ਬੁਰੇ ਬੁਰੇ ਕੰਮ ਕਰਾਉਂਦਾ। ਇਸ ਕਰਕੇ ਅਸੀਂ ਬਪਤਿਸਮਾ ਲੈਣ ਤੋਂ ਪਹਿਲੇ ਕੀ ਕਰਦੇ ਸੀ? ਨਸ਼ੇ ਵਿਸ਼ੇ ਕਰਦੇ। ਜਿੱਦਾਂ ਆਦਮੀ ਬਪਤਿਸਮਾ ਲੈਂਦਾ ਫਿਰ ਉਹਦਾ ਨਸ਼ੇ ਵਿਸ਼ੇ ਕਰਨ ਨੂੰ ਦਿਲ ਨਹੀਂ ਕਰਦਾ, ਉਹਨਾਂ ਚੀਜ਼ਾਂ ਤੋਂ ਦੂਰ ਹੋ ਜਾਂਦਾ। ਕਿਉਂਕਿ
शैतानी शक्ति जी आ कंट्रोल उतों खत्म हो जाता है। शैतान तो शैतान की पावर का उतों कंट्रोल खत्म हो जाता है। फिर साडा कोई गुनाह करनों, पाप करनों, लड़ाई झगड़े करनों, निंदा करनों, चुगली करनों, मारकुट करनों, फिर गालां कढ़नों, बुरे काम करनों, नशे करनों फिर साडा मन नहीं करता, क्योंकि बण च लिखा तुसीं उन्हां नूं की कर लिया, जित लिया। अगे लिखा कि जिहड़ा तुहाडे अंदर है वो उहदे नालों वड्डा है जिहड़ा कि हुण ये चीज़ का ध्यान देना। इत्थे दो चीज़ां इस आयत लिखियां ने, लिखा एक तुहाडे अंदर है कि एक तुहाडे बाहर। बाहर कौन हैगा? शैतान। अंदर कौन हैगा? परमेश्वर। जदों तुसीं बपतिस्मा लैंदे हो उस वेले की हुंदा है, परमेश्वर तुहाडे शरीर नूं अपना मंदिर बना लैंदा है। इस करके ग्रंथियां दे खत लिखा संत पौलुस कहंदे तुसीं नहीं जानदे कि तुहाडी देह जिहड़ी है की हैगी है परमेश्वर दा मंदिर है। परमेश्वर ने तुहाडे शरीर नूं की कर लिया, अपना मंदिर बना लिया। मंदिर बना के ते ओ साडे अंदर आ जांदा है। जदों ही बपतिस्मा लैंदे आ उस वेले परमेश्वर जिहड़ा वा वो पवित्र आत्मा के रूप दे विच साडे अंदर आ जांदा है। ये फिर देही जिहड़ी है की बन जांदी है परमेश्वर दा मंदिर बन जाती है। ते परमेश्वर इस देही दे अंदर, इस मंदिर दे अंदर निवास करना शुरू कर दिंदे हैं। जदों परमेश्वर तुहाडे अंदर आ जांदा है, इत्थे संत यूहन्ना कहंदे एक तुहाडे अंदर है ते एक बाहर भी है। बाहर कौन है? शैतान। हुण जिहड़ा बाहर है वो शक्तिमान है। शैतान जिहड़ा शक्तिमान उहनूं क्यों कहा गया? क्योंकि तुहानूं पता जदों शैतान नूं स्वर्ग दे बादशाह चों बाहर कढ़िया गया सीगा ते लिखिआ एक तिहाई फरिश्ते अपनी पूंछ नाल लैके आ गया सी। इन्ना ताकतवर फरिश्ता सी और बहुत ताकत वाला फरिश्ता है। स्वर्ग दे विचों कढ़न दे बाद भी उहदी पावर जिहड़ी है घटी नहीं, पावर उहदी खत्म नहीं हुई, उन्ने पावरफुल है। इस करके इंसान जिहड़ा है मिट्टी का इंसान उन्होंने अपने कंट्रोल च कर लैंदा है और कंट्रोल दे करके उहदे कोलों उल्टे पुलटे काम, पुठे काम, पाप दे काम, गुनाह दे काम शैतान करवाउंदा है। तो शैतान जिहड़ा शक्तिमान है उस च बहुत ताकत है। बाइबल नूं जे आपां गौर नाल पढ़ीए तो शैतान जिहड़ा बड़ा पावरफुल है। जदों आपां मरकुस इंजील च पढ़ीए उहदे अपने एक गिरासेनिया देश दे चों यीशु मसीह ने लश्कर कढ़िया सी, लश्कर पूत जिहड़ा आदमी दा सी की करदा सीगा, बेड़ियां ते संगलियां नाल बन्निया जांदा सी ते बेड़ियां संगलां नूं की कर दिंदा सी, हुण ओह आदमी थोड़ी तोड़दा सीगा कोई। ओहदी शैतानी आत्मा उहदे अंदर सी, दुष्ट आत्मा उहदे अंदर सी, ओह की करदियां सी बेड़ियां नूं तोड़ दिंदियां सी। उहदे अंदर पावर सी। शैतान दे अंदर पावर है, लेकिन शैतानी पावर अलग है, परमेश्वर दी रूहानी पावर अलग है। शैतानी पावर नाल भी चमत्कार हो सकदे है, शैतानी पावर नाल भी बड़े बड़े काम हो सकदे है, शैतानी पावर नाल भी बड़ा कुछ हो सकदा है। हुण यीशु मसीह ने मत्ती 24 बाब दे क्या वा कि झूठे मसीह ते झूठे नबी उठणगे जिहड़े कि बड़े बड़े चिन्ह ते चमत्कार करनगे। यीशु मसीह कहदे झूठे नबी आणगे, वो चमत्कार करनगे। वो चमत्कार काहदे नाल करनगे? उन्हां कोल परमेश्वर दी पावर थोड़ी होएगी, वो शैतानी पावर नाल चमत्कार करनगे। शैतान जिहड़ा भी चमत्कार कर दिंदा है। जदों मूसा ने जाके मिस्र दे विच चमत्कार कीते सी इसराइलियां नूं छुड़ाउण वास्ते, उत्थे लिखिआ उत्थे दे जादूगरां ने भी चमत्कार कीते सी, लेकिन वो जादूगर जिहड़े सी जे चमत्कार कर रहे सी, किहड़ी पावर नाल सी? वो शैतानी पावर नाल सी। वो परमेश्वर दी पावर नहीं सी। जिहड़ा मूसा चमत्कार कर रहा सी, वो पावर जिहड़ी सी वो परमेश्वर दी पावर सी। इस दोनों चीज़ों को समझना। यीशु मसीह ने कहा जिहड़े झूठे नबी ते झूठे मसीह उठणगे, झूठे मसीह मतलब नाम मसीह नाल लैके आणगे, नाम मसीह का इस्तेमाल करनगे, लेकिन पावर किहड़ी उन्हां कोल होएगी? शैतानी पावर होएगी। तो शैतान जिहड़ा है पावरफुल है, उहदे अंदर पावर है, उहदे अंदर शक्ति है। बाइबल इहनूं मनदी है इस गल। लेकिन बाणी च लिखिआ है कि जिहड़ा तुहाडे अंदर है उहदे नालों की हैगा? वड्डा है। ये ध्यान रखना, शैतान नालों वड्डा जिहड़ा तुहाडे अंदर है। तुहाडे अंदर परमेश्वर दी पावर है, तुहाडे अंदर परमेश्वर दा पवित्र आत्मा, तुहाडे अंदर परमेश्वर है। जदों परमेश्वर तुहाडे अंदर है तो जो परमेश्वर है वो सर्वशक्तिमान है। शैतान शक्तिमान है ते परमेश्वर जिहड़ा है सर्वशक्तिमान है। शैतान एक सिरजिया प्राणी है जिन्होंने परमेश्वर ने बनाया है। परमेश्वर को किसी ने सिरजिया नहीं है, परमेश्वर को किसी ने बनाया नहीं है। परमेश्वर जिहड़ा आप सर्वशक्तिमान परमेश्वर है, ਉਹਦੀ पावर जिहड़ी है जदों परमेश्वर तुहाडे अंदर आ जांदा, ਉਹਦੀ पावर तुहाडे अंदर आ जांदी है। ते जिहड़ा बाहर वाला है
ਉਹਦੀ ਪਾਵਰ ਜਿਹੜੀ ਤੁਹਾਨੂੰ ਕੋਈ ਨੁਕਸਾਨ ਨਹੀਂ ਕਰ ਸਕਦੀ। ਕਿਉਂ? ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਜਿਹੜਾ ਪਰਮੇਸ਼ਰ ਆ ਤੁਹਾਡੇ ਅੰਦਰ ਹੈ। ਜਿਸ ਪਰਮੇਸ਼ਰ ਨੇ ਸਿਤਾਰੇ ਬਣਾਏ ਵੱਡੇ ਵੱਡੇ, ਆਕਾਸ਼ ਗੰਗਾ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਸਿਤਾਰੇ ਹੈ। ਜਿੱਦਾਂ ਦੀ ਆ ਸਾਡੀ ਧਰਤੀ ਹੈ, ਕਿੱਡੀ ਵੱਡੀ ਧਰਤੀ, ਇਹਨੂੰ ਕਦੀ ਘੁੰਮ ਕੇ ਵੇਖਿਆ ਕਿਸੇ ਨੇ? ਕੋਈ ਬੰਦਾ ਨਹੀਂ ਘੁੰਮ ਪਾਇਆ। ਐਦਾਂ ਦੀਆਂ ਲੱਖਾਂ ਧਰਤੀਆਂ ਅਸਮਾਨ ਦੇ ਵਿੱਚ ਹੈ। ਕਿਹਨੇ ਬਣਾਈਆਂ ਨੇ? ਪਰਮੇਸ਼ਰ ਨੇ ਬਣਾਈਆਂ। ਬਾਈਬਲ ਕਹਿੰਦੀ ਸਭ ਕੁਝ ਪਰਮੇਸ਼ਰ ਨੇ ਬਣਾਇਆ, ਸਭ ਕੁਝ ਸ਼ਬਦ ਨਾਲ ਰਚਨਾ ਹੋਈ ਹੈ। ਸਾਰੀਆਂ ਚੀਜ਼ਾਂ ਨੂੰ ਬਣਾਉਣ ਵਾਲਾ ਪਰਮੇਸ਼ਰ ਹੈ। ਉਹ ਪਰਮੇਸ਼ਰ ਜਿਨੇ ਐਡੀਆਂ ਐਡੀਆਂ ਵੱਡੀਆਂ ਚੀਜ਼ਾਂ ਬਣਾਈਆਂ ਨੇ, ਐਡਾ ਮਹਾਨ ਪਰਮੇਸ਼ਰ ਹੈ, ਇੰਨਾ ਸਰਵ ਸ਼ਕਤੀਮਾਨ ਪਰਮੇਸ਼ਰ ਹੈ। ਉਹ ਸਾਰੀ ਸ੍ਰਿਸ਼ਟੀ ਦਾ ਬਣਾਉਣ ਵਾਲਾ ਪਰਮੇਸ਼ਰ, ਸਾਰੇ ਬ੍ਰਹਮੰਡ ਦਾ ਬਣਾਉਣ ਵਾਲਾ ਪਰਮੇਸ਼ਰ, ਸਾਰੀ ਕਾਇਨਾਤ ਦਾ ਬਣਾਉਣ ਵਾਲਾ ਪਰਮੇਸ਼ਰ ਕਿੱਥੇ ਹੈ? ਤੁਹਾਡੇ ਅੰਦਰ ਹੈ। ਹੁਣ ਤੁਹਾਡੀ ਸਮੱਸਿਆ ਕੀ ਹੈਗੀ ਹੈ? ਤੁਹਾਨੂੰ ਡਰ ਕਿਉਂ ਲੱਗਦਾ ਸ਼ੈਤਾਨ ਕੋਲ? ਕਿਉਂਕਿ ਜਿਹੜਾ ਬਾਹਰ ਆ ਉਹ ਛੋਟਾ ਹੈ, ਜਿਹੜਾ ਅੰਦਰ ਹੈ ਉਹ ਵੱਡਾ ਹੈ। ਸੰਤ ਯੂਹੰਨਾ ਕਹਿ ਰਿਹਾ ਜਿਹੜਾ ਤੁਹਾਡੇ ਅੰਦਰ ਹੈ ਉਹ ਬਾਹਰ ਵਾਲੇ ਨਾਲੋਂ ਵੀ ਹੈਗਾ ਵੱਡਾ ਹੈ। ਲੇਕਿਨ ਤੁਹਾਡੀ ਪ੍ਰੋਬਲਮ ਹੈ ਕਿ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਆਪਾਂ ਧਿਆਨ ਕਿੱਧਰ ਕਰੀਏ। ਤੁਸੀਂ ਧਿਆਨ ਕਿੱਧਰ ਕਰਦੇ ਹੋ? ਜਿਹੜਾ ਬਾਹਰ ਹੈ। ਤੁਹਾਡੀ ਪ੍ਰੋਬਲਮ ਇਹ ਹੈ, ਤੁਹਾਡੀ ਦੁੱਖ ਦਾ ਕਾਰਨ ਇਹ ਹੈ ਕਿ ਤੁਸੀਂ ਧਿਆਨ ਕਰਦੇ ਬਾਹਰ ਵਾਲੇ ਵੱਲ। ਤੁਸੀਂ ਸ਼ੈਤਾਨ ਨੂੰ ਦੇਖਦੇ ਆ, ਭੂਤ ਨੂੰ ਦੇਖਦੇ ਆ, ਦੁਸ਼ਟ ਆਤਮਾ ਨੂੰ ਦੇਖਦੇ ਆ, ਇਹਦੀ ਪਾਵਰ ਕਿੰਨੀ ਹੈ। ਤੇ ਉਹਦੇ ਅੰਦਰ ਦੀ ਜਿਹੜਾ ਤੁਹਾਡੇ ਅੰਦਰ ਹੈ ਉਹਦੀ ਪਾਵਰ ਨਹੀਂ ਦੇਖਦੇ, ਉਹਦੀ ਪਾਵਰ ਕਿੰਨੀ ਹੈ। ਠੀਕ ਹੈ? ਉਹ ਮਹਾਨ ਪਰਮੇਸ਼ਰ ਜਿਹੜਾ, ਉਹ ਸਰਵ ਸ਼ਕਤੀਮਾਨ ਪਰਮੇਸ਼ਰ ਪਵਿੱਤਰ ਆਤਮਾ ਦੇ ਰੂਪ ਦੇ ਤੁਹਾਡੇ ਅੰਦਰ ਵਿਰਾਜਮਾਨ ਹੈ। ਤੁਹਾਡੇ ਦੁੱਖ ਦਾ ਕਾਰਨ ਇਹ ਹੈ ਕਿ ਤੁਸੀਂ ਉਹਦੀ ਪਾਵਰ ਨੂੰ ਸਮਝਦੇ ਨਹੀਂ, ਉਹਦੀ ਪਾਵਰ ਨੂੰ ਜਾਣਦੇ ਨਹੀਂ। ਵਿਸ਼ਵਾਸੀ ਬਣਨ ਦਾ ਕੀ ਮਤਲਬ ਹੈ? ਵਿਸ਼ਵਾਸੀ ਬਣਨ ਦਾ ਮਤਲਬ ਹੈ ਕਿ ਜਿਹੜਾ ਤੁਹਾਡੇ ਅੰਦਰ ਹੈ ਉਹਦੀ ਪਾਵਰ ਤੇ ਵਿਸ਼ਵਾਸ ਕਰਨਾ। ਜਦੋਂ ਆਪਾਂ ਕਹਿੰਦੇ ਨੇ ਪਰਮੇਸ਼ਰ ਦੀ ਬਾਣੀ 'ਚ ਲਿਖਿਆ ਕਿ ਜਿਹੜਾ ਕੋਈ ਵਿਸ਼ਵਾਸ ਕਰੇਗਾ ਤੇ ਜੋ ਮੰਗੇਗਾ ਉਹਦੇ ਵਾਸਤੇ ਹੋ ਜਾਏਗਾ। ਅਸੀਂ ਕਹਿੰਦੇ ਜੀ ਅਸੀਂ ਤੇ ਬੜੇ ਵਿਸ਼ਵਾਸ ਨਾਲ ਆਂਡੇ, ਅਸੀਂ 5 ਮਹੀਨੇ ਤੋਂ ਆਂਡੇ, 6 ਮਹੀਨੇ ਤੋਂ ਆਂਡੇ, ਸਾਡੇ ਵਾਸਤੇ ਚਮਤਕਾਰ ਨਹੀਂ ਆਉਂਦਿਆ। ਕਿੱਦਾਂ ਹੋਏਗਾ ਚਮਤਕਾਰ? ਚਮਤਕਾਰ ਕਦੋਂ ਹੋਣਾ ਹੈ? ਜਦੋਂ ਤੁਸੀਂ ਉਹਦੀ ਪਾਵਰ ਤੇ ਵਿਸ਼ਵਾਸ ਕਰੋਗੇ। ਜਦੋਂ ਤੁਸੀਂ ਪਰਮੇਸ਼ਰ ਦੀ ਪਾਵਰ ਤੇ ਵਿਸ਼ਵਾਸ ਕਰੋਗੇ। ਜਿਹੜਾ ਪਰਮੇਸ਼ਰ ਦੀ ਪਾਵਰ ਤੇ ਉਹਦੀ ਤਾਕਤ ਤੇ ਵਿਸ਼ਵਾਸ ਕਰਦਾ ਉਹ ਵਿਸ਼ਵਾਸੀ ਹੈ। ਕੁਝ ਲੋਕ ਸੋਚਦੇ ਆਪਾਂ ਬਪਤਿਸਮਾ ਲਿਆ ਵਿਸ਼ਵਾਸੀ ਬਣ ਗਿਆ। ਬਪਤਿਸਮਾ ਲੈਣ ਨਾਲ ਥੋੜੀ ਵਿਸ਼ਵਾਸੀ ਬਣ ਗਿਆ। ਜੇ ਤੁਹਾਡੇ ਅੰਦਰ ਹੀ ਵਿਸ਼ਵਾਸ ਨਹੀਂ ਹੈ ਤਾਂ ਬਪਤਿਸਮਾ ਲੈਣ ਦੇ ਬਾਅਦ ਜੇ ਤੁਸੀਂ ਦੁਖੀ ਹੈ, ਪਰੇਸ਼ਾਨ ਹੈ, ਨਿਰਾਸ਼ ਹੈ, ਸ਼ੈਤਾਨ ਤੋਂ ਡਰ ਰਿਹਾ, ਸ਼ੈਤਾਨ ਤੋਂ ਤੁਹਾਨੂੰ ਖਤਰਾ ਹੈ, ਇਹਦਾ ਮਤਲਬ ਹੈ ਕਿ ਤੁਹਾਡੇ ਅੰਦਰ ਕੀ ਹੈਗਾ? ਵਿਸ਼ਵਾਸ ਦੀ ਕਮੀ ਹੈਗੀ ਹੈ। ਤੁਹਾਡਾ ਧਿਆਨ ਜਿਹੜਾ ਉਹ ਕਿੱਥੇ ਹੈਗਾ? ਬਾਹਰ ਵਾਲੇ। ਆਪਣਾ ਧਿਆਨ ਬਾਹਰ ਵਾਲੇ ਤੋਂ ਹਟਾਓ ਤੇ ਆਪਣਾ ਧਿਆਨ ਜਿਹੜਾ ਤੁਹਾਡੇ ਅੰਦਰ ਆ ਉੱਤੇ ਲਗਾਓ। ਜੋ ਤੁਸੀਂ ਪ੍ਰਾਰਥਨਾ ਵਾਸਤੇ ਬੈਠਦੇ ਹੋ, ਤੁਸੀਂ ਕੀ ਸੋਚਣਾ ਸ਼ੁਰੂ ਕਰ ਦਿੰਦੇ ਆ? ਤੁਸੀਂ ਪ੍ਰਾਰਥਨਾ ਵਾਸਤੇ ਬੈਠ ਗਏ, ਸ਼ੈਤਾਨ ਖਿੜਕੀ ਦੇ ਰਸਤੇ ਨਾ ਆ ਜਾਏ, ਸ਼ੈਤਾਨ ਦਰਵਾਜ਼ੇ ਰਸਤੇ ਨਾ ਆ ਜਾਏ, ਸ਼ੈਤਾਨ ਇੱਧਰੋਂ ਨਾ ਆ ਜਾਏ, ਸ਼ੈਤਾਨ ਇੱਧਰੋਂ ਨਾ ਆ ਜਾਏ। ਬੈਠੇ ਤੁਸੀਂ ਪ੍ਰਾਰਥਨਾ ਵਾਸਤੇ, ਧਿਆਨ ਤੁਹਾਡਾ ਕਿੱਧਰ ਹੈਗਾ? ਸ਼ੈਤਾਨ ਨੇ ਆਣਾ। ਤੁਸੀਂ ਜਿੱਦਾਂ ਨੂੰ ਫੋਨ ਡਾਇਲ ਕੀਤਾ ਉਹਨੇ ਆਣਾ ਨਾ। ਜੇ ਤੁਸੀਂ ਬਾਏ ਦਾ ਵੇ ਫੋਨ ਨੰਬਰ ਲਾਤਾ ਤੁਸੀਂ ਪੁਲਿਸ ਸਟੇਸ਼ਨ ਦਾ, ਅੱਗੇ ਕਿਹਨੇ ਬੋਲਣਾ? ਮੁਨਸ਼ੀ ਨੇ ਬੋਲਣਾ ਨਾ। ਉੱਥੋਂ ਉਹਨੇ ਕਹਿਣਾ ਫਲਾਣੇ ਥਾਣੇ ਤੋਂ ਬੋਲ ਰਿਹਾ। ਠੀਕ ਹੈ? ਤੇ ਜੇ ਬਾਏ ਦਾ ਵੇ ਤੁਸੀਂ ਫੋਨ ਜਿਹੜਾ ਵਾ ਤੁਸੀਂ ਲਗਾਤਾ ਫਾਇਰ ਬ੍ਰਿਗੇਡ ਦਾ, ਉੱਥੋਂ ਮੁਨਸ਼ੀ ਨੇ ਥੋੜੀ ਬੋਲਣਾ ਹੋਵੇ, ਉੱਥੋਂ ਫਾਇਰ ਬ੍ਰਿਗੇਡ ਵਾਲੇ ਬੋਲਣਾ। ਜਿੱਥੋਂ ਦਾ ਡਾਇਲ ਕਰੋਗੇ ਉਹਨੇ ਬੋਲਣਾ ਨਾ। ਜੋ ਤੁਸੀਂ ਪ੍ਰਾਰਥਨਾ ਵਾਸਤੇ ਬੈਠਦੇ ਆ ਉੱਥੇ ਤੁਸੀਂ ਦੇਖੋ ਡਾਇਲ ਕਿੱਧਰ ਨੂੰ ਕਰਨੇ ਤੁਸੀਂ। ਜਦੋਂ ਯਿਸੂ ਮਸੀਹ ਇੱਕ ਵਾਰ ਯਿਸੂ ਮਸੀਹ ਚੇਲੇ ਡੇ ਨਾ, ਇੱਕ ਵਾਰ ਤਾਂ ਯਿਸੂ ਮਸੀਹ ਬੇੜੀ ਸੁੱਤਾ ਪਿਆ ਸੀ ਜਦੋਂ ਤੂਫਾਨ ਆਇਆ। ਇੱਕ ਵਾਰ ਯਿਸੂ ਮਸੀਹ ਬੇੜੀ ਤੋਂ ਬਾਹਰ ਸੀਗਾ, ਚੇਲਿਆਂ ਨੂੰ ਉਹਨੇ ਬੇੜੀ 'ਤੇ ਬਿਠਾ ਕੇ ਭੇਜਤਾ, ਜਾਓ 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 ਮੈਂ ਤੁਹਾਡੇ ਬਾਅਦ ਵਿੱਚ ਆਊਂਗਾ। ਚੇਲੇ ਬੇੜੀ 'ਤੇ ਬੈਠ ਕੇ ਚਲੇ ਗਏ, ਤੂਫਾਨ ਆ ਗਿਆ। ਇਹ ਦੂਜੀ ਵਾਰ ਤੂਫਾਨ ਸੀ। ਪਹਿਲੇ ਤੂਫਾਨ ਹੀ ਜਦੋਂ ਯਿਸੂ ਮਸੀਹ ਬੇੜੀ 'ਚ ਹਾਜ਼ਰ ਸੀਗਾ। ਦੂਜੀ ਵਾਰ ਤੂਫਾਨ ਇੱਕ ਵਾਰੀ ਆਇਆ ਜਦੋਂ ਯਿਸੂ ਮਸੀਹ ਚੇਲੇ ਇਕੱਲੇ ਸੀਗੇ, ਉਸ ਵੇਲੇ ਵੀ ਬੇੜੀ ਵਿੱਚ ਕੀ ਆ ਗਿਆ? ਤੂਫਾਨ ਆ ਗਿਆ। ਤੇ ਲਿਖਿਆ ਕਿ ਯਿਸੂ ਮਸੀਹ ਚੱਲਦੇ 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 ਪਾਣੀ ਦੇ ਉੱਤੇ ਬੇੜੀ ਕੋਲ ਆ ਗਏ। ਚੇਲੇ ਦੇਖ ਕੇ ਇੱਕਦਮ ਕੀ ਹੋ ਗਏ? ਡਰ ਗਏ। ਚੱਲ ਗਏ, ਹਾਂ ਭੂਤ ਆ ਗਿਆ, ਭੂਤ ਆ ਗਿਆ। ਕਿਉਂਕਿ ਬੰਦਾ ਤੇ ਪਾਣੀ ਤੇ ਚੱਲ ਨਹੀਂ ਸਕਦਾ। ਕਹਿਣ ਲੱਗੇ ਕੌਣ ਆ ਗਿਆ? ਹੁਣ ਯਿਸੂ ਮਸੀਹ ਨੂੰ ਭੂਤ ਲੱਗ ਪਏ ਕਹਿਣ ਨੂੰ। ਦੇਖੋ ਚੇਲਿਆਂ ਦੀ ਸਮੱਸਿਆ ਕੀ ਸੀ। ਯਿਸੂ ਮਸੀਹ ਨੂੰ ਕਹੀ ਜਾਂਦੇ ਕੌਣ ਆ ਗਿਆ? ਭੂਤ। ਠੀਕ ਹੈ? ਲੇਕਿਨ ਉਹ ਭੂਤ ਰਹੀ ਸੀ ਕੌਣ? ਹੁਣ ਯਿਸੂ ਮਸੀਹ ਨੂੰ ਪਾਣੀ ਵਿੱਚ ਚੱਲਦੇ ਦੇਖਿਆ। ਉਹਨੇ ਕਿਹਾ, ਉਹਨੇ ਹੌਸਲਾ ਦਿੱਤਾ। ਉਹਨੇ ਕਿਹਾ ਫਿਰ ਨਾ ਡਰੋ, ਮੈਂ ਯਿਸੂ ਮਸੀਹ ਹਾਂ, ਤੁਸੀਂ ਨਾ ਡਰੋ, ਮੈਂ ਹਾਂ। ਜਦੋਂ ਉਹਨੇ ਕਿਹਾ ਮੈਂ ਹਾਂ ਤਾਂ ਪਤਰਸ ਕਹਿਣ ਲੱਗਿਆ, ਪ੍ਰਭੂ ਜੀ ਤੂੰ ਹੈ ਤਾਂ ਮੈਨੂੰ ਵੀ ਇਜਾਜ਼ਤ ਦੇ, ਮੈਂ ਵੀ ਪਾਣੀ 'ਤੇ ਚੱਲ ਕੇ ਆਵਾਂ। ਹੈ ਤਾਂ ਯਿਸੂ ਮਸੀਹ ਕਹਿਣ ਲੱਗਿਆ ਆ ਜਾ। ਹੁਣ ਯਿਸੂ ਮਸੀਹ ਨੇ ਕਿਹਾ ਤਾਂ ਆ ਜਾ, ਤੇ ਪਤਰਸ ਚੱਲਣ ਲੱਗ ਪਿਆ। ਜਦੋਂ ਪ੍ਰਭੂ ਨੇ ਕਹਿ ਤਾ ਵੀ ਚੱਲ ਪਾਣੀ ਦੇ ਉੱਤੇ,
ਤਾਂ ਪ੍ਰਭੂ ਦੇ ਸ਼ਬਦ 'ਚ ਇੰਨੀ ਪਾਵਰ ਹੈ ਕਿ ਪਤਰਸ ਭਾਵੇਂ ਬੰਦਾ ਸੀ, ਭਾਵੇਂ ਉਹਦੇ ਅੰਦਰ ਵਿਸ਼ਵਾਸ ਨਹੀਂ ਸੀਗਾ, ਉਹਨੇ ਚੱਲਣਾ ਸ਼ੁਰੂ ਕਰਤਾ। ਪਰ ਉੱਥੇ ਲਿਖਿਆ ਜਦੋਂ ਲਹਿਰਾਂ ਨੂੰ ਦੇਖਿਆ ਤੇ ਲਹਿਰਾਂ ਨੂੰ ਦੇਖ ਕੇ ਕੀ ਹੋ ਗਿਆ? ਡਰ ਗਿਆ ਤੇ ਡੁੱਬਣ ਲੱਗਾ। ਲਹਿਰਾਂ ਨੂੰ ਦੇਖਿਆ ਤੇ ਡਰ ਗਿਆ ਤੇ ਡੁੱਬਣ ਲੱਗਾ। ਫਿਰ ਕਹਿਣ ਲੱਗਾ ਪ੍ਰਭੂ ਜੀ ਮੈਨੂੰ ਬਚਾਓ। ਤਾਂ ਲਿਖਿਆ ਪ੍ਰਭੂ ਨੇ ਹੱਥ ਵਧਾ ਕੇ ਕੀ ਕਰ ਲਿਆ? ਬਚਾ ਲਿਆ ਉਹਨੂੰ, ਡੁੱਬਣ ਨਹੀਂ ਦਿੱਤਾ। ਪਰ ਉੱਥੇ ਕੀ ਹੋਇਆ ਸੀ? ਪਤਰਸ ਦਾ ਵਿਸ਼ਵਾਸ ਡੋਲ ਗਿਆ ਸੀਗਾ। ਪਤਰਸ ਦਾ ਵਿਸ਼ਵਾਸ ਜਿਹੜਾ ਸੀ ਕਮਜ਼ੋਰ ਪੈ ਗਿਆ ਸੀ। ਕਿੱਦਾਂ ਕਮਜ਼ੋਰ ਪੈ ਗਿਆ? ਜਿੰਨੀ ਦੇਰ ਤੇ ਯਿਸੂ ਮਸੀਹ ਵੱਲ ਵੇਖਦਾ ਰਿਹਾ, ਪਾਣੀ ਤੇ ਚੱਲਦਾ ਰਿਹਾ। ਤੁਹਾਡੀ ਫਤਿਹ ਕਿੰਨੀ ਦੇਰ ਤੱਕ ਹੈ? ਤੁਹਾਡੀ ਜਿੱਤ ਕਿੰਨੀ ਦੇਰ ਤੱਕ ਹੈ? ਤੁਹਾਡੀ ਸਕਸੈਸ ਕਿੰਨੀ ਦੇਰ ਤੱਕ ਹੈ? ਜਿੰਨੀ ਦੇਰ ਤੁਹਾਡੀਆਂ ਅੱਖਾਂ ਯਿਸੂ ਮਸੀਹ ਤੇ ਲੱਗੀਆਂ। ਜਿੰਨੀ ਦੇਰ ਯਿਸੂ ਮਸੀਹ ਵੱਲ ਵੇਖੋਗੇ ਉਨੀ ਦੇਰ ਕੋਈ ਵੀ ਸ਼ਕਤੀ ਤੁਹਾਡਾ ਨੁਕਸਾਨ ਨਹੀਂ ਕਰੇਗੀ। ਕੋਈ ਸ਼ੈਤਾਨੀ ਸ਼ਕਤੀ, ਕੋਈ ਭੂਤ ਪ੍ਰੇਤ, ਕੋਈ ਦੁਸ਼ਟ ਆਤਮਾ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ ਜਿੰਨੀ ਦੇਰ ਤੁਹਾਡਾ ਧਿਆਨ ਪ੍ਰਭੂ ਤੇ ਲੱਗਿਆ। ਪ੍ਰਭੂ ਤੇ ਧਿਆਨ ਲੱਗਣ ਦਾ ਮਤਲਬ ਇਹ ਨਹੀਂ ਕਿ ਆਪਾਂ ਪ੍ਰਭੂ ਦੀ ਫੋਟੋ ਲਾ ਲਈ, ਯਿਸੂ ਮਸੀਹ ਦੀ ਫੋਟੋ ਲਾ ਲਈ, ਉਹਦੀ ਫੋਟੋ ਲਾ ਲਈ। ਧਿਆਨ ਲਗਾਉਣ ਦਾ ਮਤਲਬ ਹੈ ਕਿ ਉਹਦੀ ਸ਼ਕਤੀ ਦੇ ਉੱਤੇ ਜੇ ਤੁਹਾਨੂੰ ਵਿਸ਼ਵਾਸ ਹੈ ਤੇ ਹਾਲੇਲੂਇਆ। ਯਿਸੂ ਦੀ ਸ਼ਕਤੀ ਦੇ ਉੱਤੇ ਜੇ ਤੁਹਾਨੂੰ ਵਿਸ਼ਵਾਸ ਹੈ, ਉਹ ਧਿਆਨ ਹੈ ਤੁਹਾਡਾ ਉੱਤੇ ਕਿ ਪ੍ਰਭੂ ਦੀ ਸ਼ਕਤੀ ਕਿੰਨੀ ਹੈ, ਉਹ ਕਿੰਨਾ ਪਾਵਰਫੁਲ ਹੈ, ਉਹਦੀ ਪਾਵਰ ਦੇ ਉੱਤੇ ਜੇ ਤੁਹਾਨੂੰ ਵਿਸ਼ਵਾਸ ਹੈ, ਫਿਰ ਕੋਈ ਸ਼ੈਤਾਨੀ ਸ਼ਕਤੀ ਤੁਹਾਡਾ ਕੁਝ ਵੀ ਨੁਕਸਾਨ ਨਹੀਂ ਕਰ ਸਕਦੀ। ਬਿਮਾਰੀਆਂ ਵੀ ਸ਼ਰੀਰ ਦੇ ਚੈਨੀਆਂ, ਵਿਸ਼ਵਾਸੀ ਲੋਕ ਵੀ ਬਿਮਾਰ ਹੋ ਜਾਂਦੇ ਆ। ਮੰਨ ਲਓ ਤੁਸੀਂ ਵਿਸ਼ਵਾਸੀ ਹੈ, ਬਿਮਾਰ ਹੋ ਗਏ ਹੈ, ਘਬਰਾਉਣ ਦੀ ਕੋਈ ਲੋੜ ਨਹੀਂ। ਪਰ ਅਸਲ 'ਚ ਕੀ ਹੁੰਦਾ, ਤੁਹਾਡੀ ਸਮੱਸਿਆ ਕੀ ਹੈ, ਤੁਹਾਡੀ ਅਗਿਆਨਤਾ ਕੀ ਹੈ, ਤੁਹਾਨੂੰ ਪਤਾ ਹੀ ਨਹੀਂ ਹੈ ਕਿ ਬਿਮਾਰੀ ਨਾਲੋਂ ਵੱਡਾ ਸਾਡੇ ਸ਼ੈਤਾਨ ਨਾਲੋਂ ਵੱਡਾ ਸਾਡੇ ਅੰਦਰ ਹੈ, ਦੁਸ਼ਟ ਆਤਮਾ ਨਾਲੋਂ ਵੱਡਾ ਸਾਡੇ ਅੰਦਰ ਹੈ। ਬਿਮਾਰੀ ਜਿਹੜੀ ਹੈ, ਬਿਮਾਰੀ ਨਾਲੋਂ ਵੱਡਾ ਸਾਡੇ ਅੰਦਰ ਹੈ ਤੇ ਅੰਦਰੋਂ ਰਿਪੇਅਰ ਕਰ ਲੇਗਾ ਨਾ। ਤੁਸੀਂ ਕਿਉਂ ਟੈਨਸ਼ਨ ਕਰ ਰਹੇ? ਪਰ ਤੁਹਾਡੀ ਸਮੱਸਿਆ ਕੀ ਹੈ? ਤੁਸੀਂ ਬਿਮਾਰੀ ਨੂੰ ਦੇਖ ਕੇ ਡਰ ਗਏ। ਤੁਹਾਡੀ ਰਿਪੋਰਟ ਆ ਗਈ ਹੈ ਬੜੀ ਖਤਰਨਾਕ ਹੈ, ਡਾਕਟਰ ਨੇ ਕਿਹਾ ਹੋ ਇਨਫੈਕਸ਼ਨ ਬਹੁਤ ਵੱਧ ਗਈ ਹੈ, ਇਹ ਬਲੱਡ ਦੇ ਵਿੱਚ ਕੈਂਸਰ ਆ ਗਿਆ, ਇਹ ਤੁਹਾਡੇ ਬਲੱਡ ਦੇ ਟੀਬੀ ਆ ਗਈ ਹੈ, ਹੁਣ ਤਾਂ ਬਹੁਤ ਖਤਰਨਾਕ ਬਿਮਾਰੀ ਆ ਗਈ ਹੈ। ਤਾਂ ਬਿਮਾਰੀ ਦੇਖ ਕੇ ਤੁਸੀਂ ਕੀ ਹੋ ਜਾਂਦੇ ਆ? ਤੁਸੀਂ ਫਿਰ ਕੀ ਕਰਦੇ ਆ? ਡਾਕਟਰ ਸਾਹਿਬ ਕੋਲ ਜਾਂਦੇ, ਡਾਕਟਰ ਸਾਹਿਬ ਜਿੰਨੇ ਮਰਜ਼ੀ ਪੈਸੇ ਲੈ ਲਓ, ਜਿੰਨੇ ਮਰਜ਼ੀ ਟੀਕੇ ਲਾ ਦਿਓ, ਮੈਨੂੰ ਚੰਗਾ ਕਰਨ ਵਾਲਾ ਤੁਹਾਡੇ ਅੰਦਰ ਹੈ। ਚੰਗਾ ਕਰਨ ਵਾਲਾ ਤੁਹਾਡੇ ਅੰਦਰ ਹੈ। ਮਿੰਤਾਂ ਦੀਆਂ ਬਾਹਰ ਕੰਡੇ ਡਾਕਟਰ ਸਾਹਿਬ, ਤੁਸੀਂ ਕੋਈ ਪੁੱਛੋ ਭਲਾ ਡਾਕਟਰ ਨਹੀਂ ਮਰਨਾ ਭਲਾ? ਜਿਹਦੇ ਅੱਗੇ ਜਾ ਕੇ ਤੁਸੀਂ ਹੱਥ ਜੋੜਨੇ ਆ ਵੀ ਡਾਕਟਰ ਸਾਹਿਬ ਮੈਨੂੰ ਬਚਾ ਲਓ, ਤੁਸੀਂ ਮੈਨੂੰ ਦੱਸੋ ਡਾਕਟਰ ਨੇ ਨਹੀਂ ਮਰਨਾ ਹੈ? ਲੇਕਿਨ ਤੁਹਾਡੀ ਅਗਿਆਨਤਾ ਹੈ, ਤੁਹਾਨੂੰ ਗਿਆਨ ਨਹੀਂ ਹੈ ਕਿ ਸਾਰੀਆਂ ਚੀਜ਼ਾਂ ਨਾਲੋਂ ਵੱਡਾ ਮਹਾਨ ਪਰਮੇਸ਼ਰ ਸਾਡੇ ਅੰਦਰ ਹੈ। ਇਹ ਸੰਤ ਯੂਹੰਨਾ ਤੁਹਾਨੂੰ ਭੇਦ ਸਮਝਾ ਰਿਹਾ ਹੈ। ਸੰਤ ਯੂਹੰਨਾ ਕਲੀਸਿਆ ਨੂੰ ਇਹ ਭੇਦ ਸਮਝਾ ਰਿਹਾ ਸੀ ਕਿ ਹੇ ਬਾਲਕੋ, ਤੁਸੀਂ ਪਰਮੇਸ਼ਰ ਦੀ ਵੱਲੋਂ ਹੈ, ਤੁਸੀਂ ਉਹਨਾਂ ਨੂੰ ਫਤਿਹ ਕਰ ਲਿਆ, ਤੁਸੀਂ ਉਹਨਾਂ ਨੂੰ ਜਿੱਤ ਲਿਆ, ਕਿਉਂਕਿ ਜਿਹੜਾ ਤੁਹਾਡੇ ਅੰਦਰ ਹੈ ਉਹਦੇ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਦੇ ਵਿੱਚ। ਜਿਹੜਾ ਤੁਹਾਡੇ ਅੰਦਰ ਹੈ ਉਹਦੇ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਦੇ ਵਿੱਚ ਬਿਮਾਰੀ ਹੈ, ਸੰਸਾਰ ਦੇ ਵਿੱਚ ਪਰੇਸ਼ਾਨੀ ਹੈ, ਸੰਸਾਰ ਦੇ ਦੁਸ਼ਟ ਆਤਮਾ, ਸ਼ੈਤਾਨ ਦੇ ਸ਼ੈਤਾਨੀ ਆਤਮਾ, ਸ਼ੈਤਾਨ ਦੇ ਵਿੱਚ ਪਾਪ ਹੈ, ਸ਼ੈਤਾਨ ਦੇ ਵਿੱਚ ਅਪਰਾਧ ਹੈ, ਇਹ ਸੰਸਾਰ ਦੇ ਵਿੱਚ ਕਿੰਨਾ ਕੁਛ ਹੈਗਾ। ਔਰ ਉਹਨਾਂ ਸਾਰਿਆਂ ਨਾਲੋਂ ਵੱਡਾ ਯੂਹੰਨਾ ਕਹਿ ਰਿਹਾ ਤੁਹਾਡੇ ਉਹ ਵੱਡਾ ਕੌਣ ਹੈਗਾ? ਪਰਮੇਸ਼ਰ ਦਾ ਪਵਿੱਤਰ ਆਤਮਾ। ਜਦੋਂ ਪਵਿੱਤਰ ਆਤਮਾ ਤੁਹਾਡੇ ਅੰਦਰ ਆ ਗਿਆ ਤੇ ਫਿਰ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ, ਕਿਸੇ ਵੀ ਚੀਜ਼ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਭਾਵੇਂ 10,000 ਆਦਮੀ ਕਿਰਪਾਨ ਲੈ ਕੇ ਤੁਹਾਡੇ ਸਾਹਮਣੇ ਖੜਾ ਹੋ ਜਾਏ, ਕਿਸੇ ਤੋਂ ਵੀ ਤੁਹਾਨੂੰ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਸਭ ਨਾਲੋਂ ਵੱਡਾ ਤੁਹਾਡੇ ਅੰਦਰ ਹੈ। ਉਹਨੂੰ ਕੰਮ ਕਰਨ ਦਿਓ, ਉੱਤੇ ਆਪਣਾ ਧਿਆਨ ਲਗਾਓ। ਦੇਖੋ ਪਤਰਸ ਦੇ ਤੇ ਯਿਸੂ ਮਸੀਹ ਦੇ ਵਿੱਚ ਕੀ ਫਰਕ ਸੀਗਾ? ਪਤਰਸ ਪਾਣੀ ਦੇ ਚੱਲਦਾ ਚੱਲਦਾ ਆ ਰਿਹਾ, ਲਹਿਰਾਂ ਉੱਠੀਆਂ ਨੇ, ਲਹਿਰਾਂ ਵੱਲ ਵੇਖ ਕੇ ਹਾਏ 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 ਮਰ ਗਿਆ ਮਰ ਗਿਆ ਮਰ ਗਿਆ, ਡੁੱਬ ਗਿਆ ਡੁੱਬ ਗਿਆ, ਡੁੱਬਣ ਲੱਗਿਆ। ਯਿਸੂ ਮਸੀਹ ਨੇ ਕੀ ਕੀਤਾ? ਯਿਸੂ ਮਸੀਹ ਦਾ ਲਹਿਰਾਂ ਵੱਲ ਕੋਈ ਧਿਆਨ ਨਹੀਂ, ਉਹਦਾ ਧਿਆਨ ਕਿਹਦੇ ਵੱਲ ਹੈ? ਪਤਰਸ। ਹਾਲੇਲੂਇਆ ਹਾਲੇਲੂਇਆ। ਯਿਸੂ ਮਸੀਹ ਧਿਆਨ ਕਿਹਦੇ ਵੱਲ ਰੱਖਦੇ ਆ? ਆਪਣੇ ਪਿਆਰ ਕਰਨ ਵਾਲਿਆਂ ਵੱਲ, ਆਪਣੇ ਭਗਤੀ ਕਰਨ ਵਾਲਿਆਂ ਵੱਲ ਹਰ ਵੇਲੇ ਧਿਆਨ ਰੱਖਦੇ ਆ। ਮੇਰਾ ਔਰ ਤੁਹਾਡਾ ਧਿਆਨ ਰੱਖਦੇ ਆ। ਉਹਦੀ ਨਜ਼ਰ ਮੇਰੇ ਤੇ, ਤੁਹਾਡੇ ਤੇ ਹੈ। ਉਹਦਾ ਧਿਆਨ ਲਹਿਰਾਂ ਵੱਲ ਨਹੀਂ ਸੀਗਾ। ਲਹਿਰਾਂ ਦਾ ਮਤਲਬ ਸਮੱਸਿਆ, ਲਹਿਰਾਂ ਦਾ ਮਤਲਬ ਮੁਸੀਬਤਾਂ, ਲਹਿਰਾਂ ਦਾ ਮਤਲਬ ਬਿਮਾਰੀਆਂ, ਲਹਿਰਾਂ ਦਾ ਮਤਲਬ ਸ਼ੈਤਾਨੀ ਆਤਮਾ। ਲਹਿਰਾਂ ਤਾਂ ਉੱਥੇ ਬੜੀ ਜ਼ੋਰ ਜ਼ੋਰ ਦੀ ਉੱਠ ਕੇ ਆ ਰਹੀਆਂ ਸੀ, ਆਪਾਂ ਤੈਨੂੰ ਡੁਬੋ ਦਾਂਗੇ ਡੁਬੋ ਦਾਂਗੇ। ਲਹਿਰਾਂ ਵਿੱਚ ਆਵਾਜ਼ ਉੱਠਦੀ ਹੈ ਨਾ, ਜਦੋਂ ਲਹਿਰਾਂ ਉੱਠਦੀਆਂ ਨੇ, ਤਾਂ ਲਹਿਰਾਂ 'ਚ ਆਵਾਜ਼ ਆ ਰਹੀ ਹੈ, ਆਪਾਂ ਤੈਨੂੰ ਡੁਬੋ ਦਾਂਗੇ ਡੁਬੋ ਦਾਂਗੇ। ਠੀਕ ਹੈ, ਤਾਂ ਤੁਹਾਡੇ ਨਾਲ ਤਾਂ ਕਈ ਵਾਰੀ ਹੁੰਦਾ, ਤੁਹਾਡੇ ਆਲੇ ਦੁਆਲੇ ਵੀ ਲਹਿਰਾਂ ਉੱਠਦੀਆਂ ਨੇ,
मतलब समुद्र वाली लहरां नहीं, होर बड़ियां लहरां उठदियां ने, घर दे च लहरां उठदियां ने, परिवार दे च लहरां उठदियां ने, ठीक है। लेकिन जदों तुसीं अपना ध्यान यीशु ते रखोगे तो यीशु भी तुहाडे ते ध्यान रखेगा, लहरां तुहाडा कुछ भी नहीं बिगाड़नगियां, क्योंकि जिहड़ा तुहाडे अंदर है वो उहनां लहरां नालों वड्डा है। बस उत्ते यकीन रखना, उत्ते विश्वास रखना। लेकिन तुहाडी समस्या है कि तुहानूं उत्ते यकीन नहीं है। पतरस की समस्या की, पतरस क्यों डुबन लगा है? वो जो यीशु मसीह ने आवाज़ दी आ, जो उन्हें कहता तो वो आवाज़ च पावर आ, आवाज़ शब्द तो कुदरत मानती है, वो शब्द तो हवावां मानदियां, वो शब्द तो समुद्र दी लहरां मानदियां ने, सारिया चीज़ां उसका कहना मानदियां ने। तो पतरस ने जो कहता तो उन्हें पता है भी परमेश्वर ने मैंने कहता तो परमेश्वर ने मैंने डुबन नहीं देना। उन्हें विश्वास रखना चाहिए कि परमेश्वर ने वादा किया, परमेश्वर की बाणी च लिखा है कि जो तू समुद्रां दे विचों लंघेगा तो लहरां तैनूं डुबो, जो अग दे विचों लंघेगा तो अग तैनूं जला नहीं सकदी। लेकिन पतरस ने क्यों नहीं बाणी ते भी यकीन किया? उन्हें परमेश्वर के वचन का क्यों नहीं विश्वास रखा? कि उसकी अज्ञानता सी। यही अज्ञानता तुहाडी है, इस करके तुसीं दुखी है, बपतिस्मा लैके भी परेशान है, बंदगी करते हर ऐतवार बंदगी ते आंदे, छड़े बनी लेंदे है, दसवंध दिंदे, सारे काम करते हैं, लेकिन फिर भी तुसीं दुखी है, परेशान है, निराश है। उसकी वजह यह है कि तुसीं की है, वड्डा तुहाडे अंदर है, तुसीं प्रभावित बाहर वालियां कोलों होंदे ने। किते किसी पिंड दे विच कोई मंत्री आ जांदा, मिनिस्टर आ जांदा, MLA आ जांदा, लोग कहते हैं दौड़ दौड़ के फोटो खिचाते हैं, MLA साहब। तो यार वड्डा ते तुहाडे अंदर है, हेलो, वड्डा तुहाडे अंदर है, तुसीं बाहर वालियां तों प्रभावित होण दे, तुसीं ओनूं वड्डा समझण दे, तुसीं मिनिस्टर नूं वड्डा समझण दे, तुसीं प्रधानमंत्री नूं वड्डा समझे, वड्डा ते तुहाडे अंदर है। हेलो, ਇਹ बस तुहाडी अज्ञानता है। ये जो तुहाडी अज्ञानता किस तरह दूर होनी है? जो तुसीं बाणी सुनोगे, बाणी पढ़ोगे। यूहन्ना अज्ञानता दूर करने की कोशिश कर रहा है, वो सानूं समझाउण दी। ये पत्री जिहड़ी है सिर्फ कलीसिया पहली सदी कलीसिया वास्ते नहीं, एक साडे वास्ते भी वचन लगे है। प्रभु दा संत, प्रभु दा दास सानूं समझाउण दिया है कि तुहानूं बाहर वालियां तो घबराउण दी लोड़ नहीं, क्योंकि जिहड़ा तुहाडे अंदर है उहनां नालों की हैगा, वो कंट्रोल कर लेगा। जो एडी वड्डी सृष्टि नूं कंट्रोल कर सकदा तो मैनूं तुहानूं कंट्रोल नहीं कर सकता, साडियां समस्या नूं कंट्रोल नहीं कर सकता। शैतान दी शक्तियां जिहड़ियां साडे बरखलाफ आ रहीआं ने, जिहड़ियां दुष्ट आत्मा साडे बरखलाफ आंदियां ने, जिहड़ियां शैतानी पावरां साडे बरखलाफ आंदियां, वो परमेश्वर नूं नहीं कंट्रोल करेगा। उत्ते विश्वास करना, उसकी शक्ति ते विश्वास करना, कि वो परमेश्वर जिहड़ा वा जिहड़ा सारी कुदरत नूं कंट्रोल कर रहा। ठीक है, हुण पिछे दस्सण दे है कि एक सितारा जिहड़ा सीगा वो बड़ी स्पीड नाल आ रहा है धरती वाल नूं, तो उन्होंने विग्यानिक सोचण दे आपां शटल मार के समुद्र दे सुੱਟ दईए। फिर कहण लगे जे इहनूं शटल मारिया, जे आपां इहनूं कोई परमाणु बंब मारिया जां कोई मिजाइल मारी तो उहदे नाल किउं ना धरती उत्ते डिग के ते वड्डा नुकसान होएगा। ठीक है, तो सितारे आंदे ने धरती दे लागों दी हो के निकल जांदे, धरती नूं टक्कर नहीं मारदे। क्यों नहीं मारदे? कौन कंट्रोल कर रहा है? आकाश के सारे सितारे एक दूजे के आले दुआले इदा घूमते इदा, चंद्रमा धरती के आले दुआले, धरती सूरज के आले दुआले इदा घूमन डी, सितारे एक दूजे के आले दुआले घूमन डे। वो टक्कर क्यों नहीं मारते एक दूजे नाल? जे किते टक्कर हो जाए तो विज्ञानिक कहते हैं कि धरती उत्ते इन्ना नुकसान होएगा जिन्ना 10,000 एटम बंबां नाल फटण नाल नुकसान हुंदा, इन्ना नुकसान होएगा जे सितारे टकरा जाण। नहीं टकरा रहे, पूरी रोटेशन च घूम रहे हैं। परमेश्वर का सारी शक्ति के उत्ते, सारी सृष्टि के उत्ते इख्तियार है। सारी सृष्टि नूं चलाउण वाला परमेश्वर है, उसदा सारी सृष्टि के उत्ते कंट्रोल है। तुहाडीआं मेरियां समस्या तो निक्कियां निक्कियां ने, तुसीं इहदे वास्ते क्यों घबराउण दे, क्यों परेशान होण दे? तुसीं कई बार तुहाडे घर दे च ही लैना उठण लग पैंदियां ने। बेटा कहंदा मैं सुसाइड कर लेना, बेटी कहंदी मैं सुसाइड कर लेना, पति कहंदा मैं सुसाइड। जो तुसीं प्रार्थना करदे परमेश्वर सारिਆਂ ਨੂੰ कंट्रोल कर दिंदा। हालेलुया। वो कंट्रोल करने वाला तुहाडे अंदर है। तुहाडी टेंशन की हैगी है? तुसीं बाहर दीयां लहरां देख देख के दुखी हुंदे हैं, तुसीं शैतान दीयां लहरां देख देख के दुखी हुंदे हैं, तुसीं बीमारियां दीयां लहरां देख देख के दुखी हुंदे हैं। तुहाडे दुख का कारण यह है, वो है बाणी का ज्ञान ना होना। तो जे तुसीं इस इक्को ऐदे उत्ते विश्वास कर लो, सुनो ध्यान नाल, पूरी बाइबल पढ़ने की लोड़ नहीं। जे तुसीं आह जिहड़ी कैद पढ़ी असीं, जे तुसीं इस एक कैद उत्ते विश्वास कर लो, जिन्नी देर तुसीं धरती ते रह के यीशु मसीह की बंदगी करनी है, शैतान कदी तुहाडे लागे नहीं आएगा, कदी कोई दुष्ट आत्मा तुहाडे लागे नहीं आएगी, कदी कोई भूत प्रेत तुहाडे लागे नहीं आएगा। जे तुसीं एक आयत उत्ते विश्वास कर लो, इस आयत च इन्नी पावर है। परमेश्वर एक वचन च पावर है। जे तुसीं एक वचन दे उत्ते बहुते वचनां ते ना विश्वास करो, बहुते वचन की स्टडी ना करो, एक वचन ही स्टडी कर लो।
ਅੱਜ ਮੈਂ ਤੁਹਾਨੂੰ ਹੋਮਵਰਕ ਦੇਤਾ, ਇਹ ਤੁਹਾਡਾ ਹੋਮਵਰਕ ਹੈ। ਇਹਨੂੰ ਇਸ ਆਇਤ ਨੂੰ ਘਰ ਜਾ ਕੇ ਬਾਰ-ਬਾਰ ਪੜ੍ਹਨਾ ਹੈ। ਖਾਸ ਕਰਕੇ ਜਿਹਨੇ ਲੋਕ ਬਪਤਿਸਮਾ ਲਏ ਨੇ, ਜਿਨ੍ਹਾਂ ਨੂੰ ਸ਼ੈਤਾਨ ਬੜਾ ਪਰੇਸ਼ਾਨ ਕਰਦਾ, ਸ਼ੈਤਾਨ ਤੰਗ ਕਰਦਾ ਆ ਕੇ, ਠੀਕ ਹੈ, ਉਹਨਾਂ ਲੋਕਾਂ ਨੂੰ ਕੀ ਕਰਨਾ ਹੈ, ਬਾਈਬਲ ਜਿਹੜੇ ਲੋਕ ਆਪਣੇ ਘਰ ਦੇ ਵਿੱਚ ਆਪਣੇ ਸਾਰੇ ਬਾਈਬਲ ਰੱਖੋ। ਜਿਨ੍ਹਾਂ ਕੋਲ ਬਾਈਬਲ ਨਹੀਂ ਹੈ, ਜੇ ਬਾਈਬਲ ਨਾ ਰੱਖੋਗੇ ਤੁਸੀਂ ਦੁਖੀ ਰਹਿਣਾ, ਪਰੇਸ਼ਾਨ ਰਹਿਣਾ, ਕਿਉਂਕਿ ਬਾਈਬਲ ਪੜ੍ਹਨੀ ਨਹੀਂ ਹੈ, ਤੁਹਾਨੂੰ ਬਾਈਬਲ ਦੀ ਸਮਝ ਨਹੀਂ ਆਣੀ, ਪਰਮੇਸ਼ਰ ਦੇ ਵਚਨ ਦਾ ਨਹੀਂ ਪਤਾ ਲੱਗਣਾ। ਤੁਹਾਡੀ ਜ਼ਿੰਦਗੀ ਦੇ ਕਦੀ ਵੀ ਦੁੱਖ ਦੂਰ ਨਹੀਂ ਹੋਣੇ, ਕਦੀ ਵੀ ਤਕਲੀਫਾਂ ਦੂਰ ਨਹੀਂ ਹੋਣੀਆਂ, ਕਦੀ ਬਿਮਾਰੀਆਂ ਦੂਰ ਨਹੀਂ ਹੋਣੀਆਂ, ਕਿਉਂਕਿ ਬਾਣੀ 'ਚ ਲਿਖਿਆ ਉਹ ਆਪਣਾ ਵਚਨ ਘੱਲ ਕੇ ਤਾਂ ਉਹਨਾਂ ਨੂੰ ਕੀ ਕਰਦਾ ਤਾਂ ਤੁਸੀਂ ਕੀ ਕਰਦੇ, ਹੱਥ ਲਟਕਾਉਂਦੇ ਚਰਚ ਆਉਂਦੇ ਇੱਦਾਂ ਦਾ। ਤੇ ਉੱਥੇ ਜਾ ਕੇ ਬਾਈਬਲ ਪੜ੍ਹਨੀ ਆਪਾਂ ਸੁਣੀ ਲੈਣੀ ਹੈ ਹੈ ਜਾਂ ਕੋਈ ਸਮੱਸਿਆ ਹੋਏ ਜਾਂ ਕੋਈ ਸਵਾਲ ਹੋਏ ਆਪਾਂ ਜੀ ਉੱਥੇ ਚਰਚ ਆਉਣਾ। ਉੱਥੇ ਜਦੋਂ ਪਾਸਟਰ ਸਾਹਿਬ ਨੇ ਬਾਈਬਲ ਪੜ੍ਹਨੀ ਹੈ, ਸਾਨੂੰ ਸਾਡੇ ਸਵਾਲ ਦਾ ਜਵਾਬ ਇੱਕ ਸਵਾਲ ਦਾ ਜਵਾਬ ਤੁਹਾਨੂੰ ਇੱਥੇ ਮਿਲ ਜਾਏਗਾ, ਬਾਕੀ ਤੁਹਾਡੇ ਸਵਾਲਾਂ ਦਾ ਜਵਾਬ ਕਿੱਥੋਂ ਮਿਲੇਗਾ? ਤੁਸੀਂ ਵਰਤ ਰੱਖ ਲੈਂਦੇ, ਰੋਜ਼ੇ ਰੱਖਦੇ ਆ, ਵਰਤ ਰੱਖ ਕੇ ਪਰਮੇਸ਼ਰ ਮੇਰੇ ਸਵਾਲ ਦਾ ਜਵਾਬ ਦੇ, ਪਰਮੇਸ਼ਰ ਨੇ ਦੇਣਾ ਹੀ ਨਹੀਂ ਹੈ। ਉਹਨੇ ਸਾਰੇ ਜਵਾਬ ਤਾਂ ਆਪਣੀ ਬਾਣੀ 'ਚ ਦੇ ਦਿੱਤੇ ਆ, ਇੱਥੇ ਲਿਖਿਆ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਉਹਨੇ ਲਿਖ ਦਿੱਤੇ ਆ। ਉਹਨੇ ਤੁਹਾਨੂੰ ਇਹਦਾ ਸਵਾਲ ਦਾ ਜਵਾਬ ਦੇਣਾ ਨਹੀਂ ਹੈ, ਕਿਉਂਕਿ ਉਹਨੇ ਇੱਥੇ ਦਿੱਤੇ ਨੇ ਸਵਾਲਾਂ ਦੇ ਜਵਾਬ। ਇਹਨੂੰ ਪੜ੍ਹੋਗੇ ਤਾਂ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣੇ। ਜੇ ਤੁਸੀਂ ਕਹਿੰਦੇ ਆ ਕਿ ਆਪਾਂ 6 ਮਹੀਨੇ ਹੋ ਗਏ ਨੇ, ਸਾਲ ਹੋ ਗਿਆ ਬਪਤਿਸਮਾ ਲੈਣ ਨੂੰ, ਸ਼ੈਤਾਨ ਅਜੇ ਵੀ ਪਰੇਸ਼ਾਨ ਕਰਦਾ, ਦੁਸ਼ਟ ਆਤਮਾ ਅਜੇ ਵੀ ਦੁਖੀ ਕਰਦਾ, ਉਹਦਾ ਕਾਰਨ ਹੈਗਾ ਤੁਸੀਂ ਬਾਣੀ ਨਹੀਂ ਪੜ੍ਹਦੇ ਆਪਣੇ ਘਰ ਜਾ ਕੇ, ਹਾਲੇਲੂਇਆ, ਪਰਮੇਸ਼ਰ ਦੇ ਵਚਨ ਦੀ ਸਟੱਡੀ ਨਹੀਂ ਕਰਦੇ। ਤਾਂ ਮੈਂ ਤੁਹਾਨੂੰ ਕਿਹਾ, ਤੁਹਾਨੂੰ ਬਹੁਤਾ ਨਹੀਂ ਮੈਂ ਹੋਮਵਰਕ ਦਿੱਤਾ, ਬਹੁਤਾ ਨਹੀਂ ਮੈਂ ਤੁਹਾਨੂੰ ਘਰ ਦਾ ਕੰਮ ਦਿੱਤਾ, ਇੰਨਾ ਕਿ ਦਿੱਤਾ ਕਿ ਤੁਸੀਂ ਇਹ ਪਹਿਲਾ ਯੂਹੰਨਾ ਦੀ ਪੱਤਰੀ 4 ਅਧਿਆਇ ਦੀ 4 ਆਇਤ ਡੇਲੀ ਸਵੇਰੇ ਪੜ੍ਹ ਕੇ ਫਿਰ ਪ੍ਰਾਰਥਨਾ ਕਰੋ। ਹਾਲੇਲੂਇਆ, ਇਹਨੂੰ ਸਮਝ ਕੇ ਪ੍ਰਾਰਥਨਾ ਕਰੋ। ਇਸ ਗੱਲ ਨੂੰ ਸਮਝੋ, ਜਿਹੜਾ ਯੂਹੰਨਾ ਕਹਿ ਰਿਹਾ ਜਿਹੜਾ ਤੁਹਾਡੇ ਅੰਦਰ ਹੈ ਉਹਦੇ ਨਾਲੋਂ ਜਿਹੜਾ ਬਾਹਰ ਹੈ ਉਹਦੇ ਨਾਲੋਂ ਕੀ ਹੈਗਾ? ਬਾਹਰ ਦੇਖੋ ਕਿੰਨੇ ਵਾਇਰਸ ਨੇ। ਵਿਗਿਆਨਿਕ ਦੱਸਦੇ ਜਦੋਂ ਦੀ ਸ੍ਰਿਸ਼ਟੀ, ਜਦੋਂ ਦਾ ਆਦਮੀ ਬਣਿਆ, ਉਹਦੇ ਬਾਅਦ ਕੋਈ ਨਾ ਕੋਈ ਵਾਇਰਸ ਆਦਮੀ ਦੇ ਸਰੀਰ 'ਚ ਆਉਂਦਾ ਰਹਿੰਦਾ ਹੈ। ਹੁਣ ਤੱਕ ਸਾਡੀ ਬਾਡੀ ਦੇ ਅੰਦਰ 10,000 ਤੋਂ ਵੱਧ ਵਾਇਰਸ ਆ ਗਏ। ਠੀਕ ਹੈ, ਇੱਕ ਜ਼ੁਕਾਮ ਦਾ ਵਾਇਰਸ ਹੁੰਦਾ, ਹਰ ਸਾਲ ਜ਼ੁਕਾਮ ਹੁੰਦਾ, ਕਿਸੇ ਨੂੰ ਇੱਕ ਵਾਰੀ ਹਰ ਸਾਲ ਦੇ 'ਚ ਹੁੰਦਾ, ਕਿਸੇ ਨੂੰ 2 ਵਾਰੀ ਵੀ ਸਾਲ 'ਚ ਜ਼ੁਕਾਮ ਹੁੰਦਾ, ਉਹ ਇੱਕ ਵਾਇਰਸ ਦੇ ਕਰਕੇ ਹੁੰਦਾ। ਉਹ ਤੁਸੀਂ ਦਵਾਈ ਖਾ ਲਓ ਤਾਂ ਵੀ ਉਹਨੇ 7 ਦਿਨ ਬਾਅਦ ਠੀਕ ਹੋਣਾ, ਨਾ ਦਵਾਈ ਖਾਓਗੇ ਤਾਂ ਵੀ ਉਹਨੇ 7 ਦਿਨ ਬਾਅਦ ਆਪੇ ਹੀ ਦਵਾਈ ਲੋਕ ਖਾ ਲੈਂਦੇ ਆ, ਜੇ ਕਈ ਨਹੀਂ ਵੀ ਦਵਾਈ ਖਾਂਦੇ, ਉਹ 7 ਦਿਨ ਦੇ ਬਾਅਦ ਆਪੇ ਠੀਕ ਹੋ ਜਾਂਦਾ। ਸਾਡੀ ਬਾਡੀ ਉਹਨੂੰ ਵਾਇਰਸ ਨੂੰ ਕਰ ਲੈਂਦੀ ਹੈ, ਦੱਬ ਲੈਂਦੀ ਹੈ। ਤਾਂ ਵਿਗਿਆਨੀ ਕਹਿੰਦੇ 10,000 ਤੋਂ ਜ਼ਿਆਦਾ ਵਾਇਰਸ ਸਾਡੀ ਬਾਡੀ 'ਚ ਆ ਚੁੱਕੇ ਨੇ। ਸਾਡੀ ਬਾਡੀ ਨੂੰ ਨਹੀਂ, ਸਾਡੀ ਬਾਡੀ ਦੀ ਇਮਿਊਨਿਟੀ ਨੂੰ ਦਬਾ ਕੇ ਰੱਖਿਆ, ਠੀਕ ਹੈ। ਤਾਂ ਬਾਹਰ ਕਈ ਕੁਛ ਹੈਗਾ, ਬਾਹਰ ਬੈਕਟੀਰੀਆ ਵੀ ਹੈਗੇ ਨੇ, ਬਾਹਰ ਵਾਇਰਸ ਵੀ ਹੈਗੇ ਨੇ, ਬੜਾ ਕੁਛ ਹੈਗਾ ਬਾਹਰ, ਠੀਕ ਹੈ। ਲੇਕਿਨ ਤੁਸੀਂ ਇਹ ਧਿਆਨ ਰੱਖਣਾ, ਤੁਸੀਂ ਵਾਇਰਸ ਵੱਲ ਨਹੀਂ ਆਪਣਾ ਧਿਆਨ ਰੱਖਣਾ, ਤੁਸੀਂ ਬੈਕਟੀਰੀਆ ਵੱਲ ਨਹੀਂ ਧਿਆਨ ਰੱਖਣਾ, ਤੁਸੀਂ ਬਿਮਾਰੀ ਵੱਲ ਨਹੀਂ ਧਿਆਨ ਰੱਖਣਾ, ਤੁਸੀਂ ਸ਼ੈਤਾਨ ਵੱਲ ਨਹੀਂ, ਦੁਸ਼ਟ ਆਤਮਾ ਵੱਲ ਨਹੀਂ, ਤੁਸੀਂ ਆਪਣਾ ਧਿਆਨ ਕਿੱਥੇ ਰੱਖਣਾ? ਜਿਹੜਾ ਤੁਹਾਡੇ ਅੰਦਰ। ਜਦੋਂ ਤੁਹਾਡਾ ਧਿਆਨ ਆਪਣੇ ਅੰਦਰ ਵਾਲੇ ਤੇ ਆ ਜਾਏਗਾ, ਸਭ ਤੁਹਾਨੂੰ ਉਹਦੀ ਪਾਵਰ ਦਾ ਪਤਾ ਲੱਗ ਜਾਏਗਾ। ਜਦੋਂ ਉਹਦੀ ਪਾਵਰ ਤੇ ਵਿਸ਼ਵਾਸ ਹੋ ਜਾਏਗਾ, ਉਹ ਪਰਮੇਸ਼ਰ ਆਪੇ ਸਭ ਕੁਝ ਕੰਟਰੋਲ ਕਰ ਲਏਗਾ। ਜਿੰਨੀਆਂ ਲਹਿਰਾਂ ਤੁਹਾਡੇ ਆਲੇ ਦੁਆਲੇ ਉੱਠਣ ਦੀਆਂ, ਸਾਰੀਆਂ ਲਹਿਰਾਂ ਨੂੰ ਪਰਮੇਸ਼ਰ ਆਪੇ ਕੰਟਰੋਲ ਕਰ ਲਏਗਾ। ਤੇ ਜੇ ਬਾਏ ਦਾ ਵੇ ਤੁਹਾਨੂੰ ਵਿਸ਼ਵਾਸ ਨਹੀਂ ਵੀ ਹੋ ਰਿਹਾ ਉੱਤੇ, ਫਿਰ ਵੀ ਡੁੱਬਣ ਤਾਂ ਵੀ ਨਹੀਂ ਦੇਗਾ। ਪਤਰਸ ਨੂੰ ਡੁੱਬਣ ਉਹਨੇ ਫਿਰ ਵੀ ਨਹੀਂ ਦਿੱਤਾ। ਉਹਨੇ ਪਤਰਸ ਨੂੰ ਉਹਦੀ ਪ੍ਰਭੂ ਦੀ ਸ਼ਕਤੀ ਤੇ ਯਕੀਨ ਵੀ ਨਹੀਂ, ਵਿਸ਼ਵਾਸ ਵੀ ਨਹੀਂ, ਠੀਕ ਹੈ। ਬਾਅਦ 'ਚ ਡਾਂਟਿਆ ਨੂੰ ਪ੍ਰਭੂ ਨੇ, ਝਿੜਕਿਆ ਫਿਰ ਉਹਨੇ ਕਿਹਾ ਤੂੰ ਕਿਉਂ ਸ਼ੱਕ ਕਿਉਂ ਕੀਤਾ? ਪਤਰਸ ਨੂੰ ਕਿਹਾ ਤੂੰ ਸ਼ੱਕ ਕਿਉਂ ਕੀਤਾ? ਠੀਕ ਹੈ ਨਾ ਗੱਲ। ਉਹ ਬਾਅਦ ਵਿੱਚ ਝਿੜਕਾਂ ਖਾਣ ਦਾ ਕੀ ਫਾਇਦਾ? ਬਾਅਦ ਵਿੱਚ ਪ੍ਰਭੂ ਝਿੜਕਾਂ ਦੇਗਾ, ਜੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਪ੍ਰਭੂ ਝਿੜਕਾਂ ਦੇਗਾ, ਠੀਕ ਹੈ। ਤਾਂ ਪਰਮੇਸ਼ਰ ਦੀ ਬਾਣੀ 'ਚ ਲਿਖਿਆ, ਯੂਹੰਨਾ ਕਹਿੰਦਾ ਜਿਹੜਾ ਤੁਹਾਡੇ ਅੰਦਰ ਹੈ ਉਹ ਉਹਦੇ ਨਾਲ ਵੱਡਾ ਹੈ ਜਿਹੜਾ ਬਾਹਰ ਹੈ, ਠੀਕ ਹੈ। ਤਾਂ ਜਦੋਂ ਤੁਸੀਂ ਪ੍ਰਾਰਥਨਾ ਕਰਨੀ ਹੈ ਤੇ ਆਪਣਾ ਧਿਆਨ ਤੁਸੀਂ ਕਿੱਥੇ ਲਗਾਉਣਾ? ਹੁਣ ਆਪਾਂ ਪ੍ਰਾਰਥਨਾ ਕਰਨੀ ਹੈ, ਪ੍ਰਾਰਥਨਾ ਕਰਨ ਦੇ ਵੇਲੇ ਤੁਸੀਂ ਆਪਣਾ ਧਿਆਨ ਕਿੱਥੇ ਲਗਾਉਣਾ ਹੈ? ਜਿਹੜਾ ਤੁਹਾਡੇ ਅੰਦਰ ਹੈ, ਸਾਰੇ ਸੰਸਾਰ ਦੀ ਰਚਨਾ ਕਰਨ ਵਾਲਾ, ਸਾਰੇ ਸੰਸਾਰ ਨੂੰ ਬਣਾਉਣ ਵਾਲਾ ਪਰਮੇਸ਼ਰ ਪਵਿੱਤਰ ਆਤਮਾ ਦੇ ਰੂਪ ਦੇ ਤੁਹਾਡੇ ਅੰਦਰ ਹੈ। ਤੁਸੀਂ ਜਦੋਂ ਪ੍ਰਾਰਥਨਾ ਵਿੱਚ ਬੈਠਣਾ, ਆਪਣਾ ਧਿਆਨ ਉੱਤੇ ਲਗਾਉਣਾ। ਜਿਹੜੀਆਂ ਤੁਹਾਡੇ ਆਲੇ ਦੁਆਲੇ ਮੁਸ਼ਕਲਾਂ, ਪਰੇਸ਼ਾਨੀਆਂ, ਹਾਲਾਤ, ਸ਼ੈਤਾਨ, ਦੁਸ਼ਟ ਆਤਮਾ, ਬਦਰੂਆਂ, ਬਿਮਾਰੀਆਂ, ਵਾਇਰਸ, ਇਹਨਾਂ ਵੱਲ ਨਹੀਂ ਆਪਣਾ ਧਿਆਨ ਲਗਾਉਣਾ। ਤੁਸੀਂ ਆਪਣਾ ਧਿਆਨ ਕਿੱਥੇ ਲਗਾਉਣਾ ਹੈ? ਜਿਹੜਾ ਅੰਦਰ, ਉਹ ਸਭ ਕੁਝ ਕੰਟਰੋਲ ਕਰ। ਆਓ ਫਿਰ ਦੁਆ ਕਰੀਏ।